ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਡਿਸਪਲੇਸਮੈਂਟ ਤੇ ਡਿਸਟੈਂਸ। ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਾਂਗੇ। ਜਿਹੜੇ ਇਸ ਰਿਲੇਟਡ ਐਮਸੀਕਿਊ ਬੰਦੇ ਹੋਏ ਉਹ ਵੀ ਤੁਹਾਨੂੰ ਮੈਂ ਨਾਲ ਨਾਲ ਦੱਸਦਾ ਜਾਊਂਗਾ। ਜੇ ਤੁਸੀਂ ਪਿਛਲੇ ਲੈਕਚਰ ਨਹੀਂ ਦੇਖੇ, ਮੋਸ਼ਨ ਦੇ 2 ਲੈਕਚਰ ਲਾਏ ਆਪਾਂ, ਉਹ ਜ਼ਰੂਰ ਦੇਖ ਲਿਓ। ਤਾਂ ਸ਼ੁਰੂ ਕਰਦੇ ਹਾਂ ਹੁਣ ਬਿਨਾਂ ਟਾਈਮ ਵੇਸਟ ਕੀਤੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਨਾਂ ਦੀ ਡੈਫੀਨੇਸ਼ਨ ਤੇ ਆਪਾਂ ਇਹਨਾਂ ਨੂੰ, ਜੇ ਮੰਨ ਲਓ ਇਸੇ ਡੈਫੀਨੇਸ਼ਨ ਨੂੰ ਲੈ ਕੇ ਕੋਈ ਐਮਸੀਕਿਊ ਆਉਂਦਾ ਹੈ ਤੁਸੀਂ ਉਹਨੂੰ ਅਟੈਂਪਟ ਕਿਵੇਂ ਕਰੋਗੇ। ਦੇਖੋ ਸਾਰਾ ਕੁਝ ਮੈਂ ਡਰੋ ਵੀ ਕੀਤਾ ਹੈ, ਲਿਖ ਕੇ ਵੀ ਲਿਆਇਆ ਹੋਇਆ ਹੈ। ਤਾਂ ਇਹਦੇ ਵਿੱਚ ਡਿਸਟੈਂਸ ਦੀ ਸਭ ਤੋਂ ਸਿੰਪਲ ਡੈਫੀਨੇਸ਼ਨ ਕੀ ਹੈ ਆਪਣੇ ਕੋਲੇ ਕਿ ਸਪੇਸ। ਠੀਕ ਹੈ, ਸਪੇਸ ਹੋ ਗਈ ਆਪਣੇ ਕੋਲ ਥਾਂ, ਕੋਈ ਵੀ ਥਾਂ ਕਿਸੇ ਦੋ ਚੀਜ਼ਾਂ ਦੇ ਵਿਚਾਲੇ ਦੀ। ਠੀਕ ਹੈ, ਜਾਂ ਕੋਈ ਵੀ ਪੁਆਇੰਟਸ ਦੇ ਵਿਚਾਲੇ ਦੀ ਜਾਂ ਕਿਸੇ ਲਾਈਨਾਂ ਦੇ ਵਿਚਾਲੇ ਦੀ ਕੋਈ ਵੀ ਖਾਲੀ ਥਾਂ। ਠੀਕ ਹੈ, ਜਾਂ ਕੋਈ ਵੀ ਥਾਂ, ਉਹਨੂੰ ਆਪਾਂ ਕੀ ਕਵਾਂਗੇ, ਡਿਸਟੈਂਸ। ਕਿਵੇਂ? ਹੁਣ ਦੇਖੋ ਪੁਆਇੰਟ A ਤੇ ਪੁਆਇੰਟ B, ਹੁਣ ਜਿਹੜਾ ਇਹਦੇ ਵਿਚਾਲੇ ਦੀ ਜਿਹੜੀ ਆ ਸਪੇਸ ਹੈ ਇਹਨਾਂ ਦੋਨਾਂ ਦੇ, ਇਹਨਾਂ ਨੂੰ ਆਪਾਂ ਕੀ ਕਵਾਂਗੇ, ਇਹਨੂੰ ਕਵਾਂਗੇ ਡਿਸਟੈਂਸ। ਡਿਸਟੈਂਸ ਪਤਾ ਲੱਗ ਗਿਆ ਕੀ ਹੁੰਦਾ। ਹੁਣ ਡਿਸਟੈਂਸ ਦੇ ਵਿੱਚ ਕੀ ਹੁੰਦਾ ਕਿ ਮੰਨ ਕੇ ਚਲੋ ਇਹਨੇ ਡਿਸਟੈਂਸ ਨੇ ਲਾਸਟ ਵਾਲਾ ਪੁਆਇੰਟ ਨਹੀਂ ਦੇਖਣਾ, ਸਿਰਫ ਇਹਨੇ ਥਾਂ ਵੇਖਣੀ ਹੈ ਕਿੰਨੀ ਘੇਰੀ ਹੋਈ ਹੈ। ਹੁਣ ਜਿਵੇਂ A ਪੁਆਇੰਟ ਤੇ ਆ B ਪੁਆਇੰਟ ਹੁਣੇ ਬਣਾਇਆ ਸੀ ਨਾ। ਹੁਣ ਆ A ਪੁਆਇੰਟ ਆ B ਪੁਆਇੰਟ, ਹੁਣ ਇੱਕ ਹੋਰ A ਤੇ B ਪੁਆਇੰਟ। ਹੁਣ ਦੇਖੋ ਡਿਸਟੈਂਸ ਨੇ ਸਿਰਫ ਇਹ ਨਹੀਂ ਵੇਖਣਾ ਕਿ B ਤੇ ਜਾਣਾ ਮੈਂ, ਡਿਸਟੈਂਸ ਨੇ ਸਾਰੇ ਪਾਸੇ ਘੁੰਮ ਜਾਣਾ ਤੇ ਉਹਨੂੰ ਆਪਾਂ ਕੀ ਕਵਾਂਗੇ, ਜਿਹੜੀ ਖਾਲੀ ਥਾਂ ਹੋਊਗੀ, ਜਿਹੜੀ ਥਾਂ ਪੂਰੀ ਘੁੰਮੀ ਹੋਊਗੀ, ਉਹਨੂੰ ਆਪਾਂ ਕਵਾਂਗੇ ਡਿਸਟੈਂਸ, ਦੂਰੀ। ਠੀਕ ਹੈ, ਹੁਣ ਜੇ ਇਹਦੀ ਆਪਣੇ ਕੋਲੇ ਡੈਫੀਨੇਸ਼ਨ ਲਈ ਜਾਵੇ, ਇਟ ਇਜ਼ ਐਕਚੁਅਲ ਲੈਂਥ ਲੰਬਾਈ ਆਫ ਦਾ ਪਾਥ ਬਾਈ ਆ ਮੂਵਿੰਗ ਬੋਡੀ। ਹੁਣ ਇਹਦੇ ਵਿੱਚ ਕੀ ਹੈ, ਮੂਵਿੰਗ ਬੋਡੀ, ਕੋਈ ਵੀ ਬੋਡੀ ਹੈ ਜਿਹੜੀ, ਕੋਈ ਵੀ ਚੀਜ਼ ਹੈ ਜਿਹੜੀ ਚੱਲ ਰਹੀ ਹੈ, ਠੀਕ ਹੈ, ਉਹਦੇ ਵਿੱਚ ਜਿਹੜਾ ਉਹਨੇ ਪਾਥ ਕਵਰ ਕੀਤਾ ਹੈ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਕਵਾਂਗੇ ਡਿਸਟੈਂਸ। ਹੁਣ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਯਾਦ ਰੱਖਣ ਵਾਲੀਆਂ ਉਹ ਮੈਂ ਤੁਹਾਨੂੰ ਅੱਗੇ ਕਰਾਉਣਾ, ਬਸ ਤੁਸੀਂ ਡਿਸਟੈਂਸ ਦਾ ਧਿਆਨ ਰੱਖਣਾ ਕਿ ਇਹਨੂੰ ਕੀ ਕਵਾਂਗੇ ਆਪਾਂ, ਡਿਸਟੈਂਸ। ਹੁਣ ਕਿਵੇਂ, ਆ ਦੇਖੋ ਪੁਆਇੰਟ A, ਪੁਆਇੰਟ B, ਪੁਆਇੰਟ C। ਹੁਣ ਮੰਨ ਕੇ ਚਲੋ ਆਪਣੇ ਕੋਲ ਕਿੰਨਾ ਹੈ, 5 ਸੈਂਟੀਮੀਟਰ, ਆ ਵੀ ਕਿੰਨਾ 6 ਸੈਂਟੀਮੀਟਰ, ਤੇ ਆ ਕਿੰਨਾ 8 ਸੈਂਟੀਮੀਟਰ ਮੰਨ ਲਓ। ਹੁਣ ਆਪਾਂ ਕਿੱਧਰ ਹੈ, ਪਹਿਲਾਂ A ਤੋਂ B ਤੇ ਗਏ, ਠੀਕ ਹੈ, B ਤੋਂ C ਵੱਲ ਨੂੰ ਗਏ ਤੇ C ਤੋਂ ਫਿਰ A ਵੱਲ ਨੂੰ ਆ ਗਏ। ਹੁਣ ਆਪਣੇ ਕੋਲੇ ਕੁਐਸਚਨ ਆ ਗਿਆ ਕਿ ਰਾਮ ਹੈ ਜਿਹੜਾ A ਤੋਂ B ਵੱਲ ਗਿਆ, B ਤੋਂ C ਵੱਲ ਗਿਆ, C ਤੋਂ A ਵੱਲ ਆ ਗਿਆ, ਤਾਂ ਉਹਨੇ ਟੋਟਲ ਕਿੰਨਾ ਡਿਸਟੈਂਸ ਕਵਰ ਕੀਤਾ, ਕੁੱਲ ਕਿੰਨੀ ਦੂਰੀ ਤੈਅ ਕੀਤੀ ਉਹਨੇ। ਤਾਂ ਆਪਣਾ ਰਾਈਟ ਆਪਸ਼ਨ ਕੀ ਆਊਗਾ, ਸਾਰਿਆਂ ਦਾ ਤੁਸੀਂ ਕੀ ਕਰ ਦੇਣਾ, +5 +6 +8, ਆਪਣੇ ਕੋਲ ਕਿੰਨਾ ਬਣ ਗਿਆ, 19 ਸੈਂਟੀਮੀਟਰ। ਉਹਨੇ ਕੀ ਕੀਤਾ, 19 ਮੀਟਰ ਜਾਂ ਸੈਂਟੀਮੀਟਰ, ਕੁਛ ਵੀ, ਜੋ ਵੀ ਯੂਨਿਟ ਦਿੱਤਾ ਉਹਨੇ ਆਪਣਾ ਕੀ ਕੀਤਾ, ਉਹਨਾਂ ਡਿਸਟੈਂਸ ਕਵਰ ਕੀਤਾ। ਡਿਸਟੈਂਸ ਪਤਾ ਲੱਗ ਗਿਆ, ਐਕਚੁਅਲ ਪਾਥ ਜਾਂ ਸਪੇਸ ਬਿਟਵੀਨ 2 ਪੁਆਇੰਟਸ, ਉਹਨੂੰ ਕੀ ਕਹਿੰਦੇ ਆਪਾਂ, ਡਿਸਟੈਂਸ। ਹੁਣ ਸੈਕਿੰਡ ਚੀਜ਼ ਦੀ ਗੱਲ ਕਰਦੇ ਹਾਂ। ਸੈਕਿੰਡ ਕੀ ਆਪਣੇ ਕੋਲੇ, ਉਹ ਹੈਗੀ ਹੈ ਡਿਸਪਲੇਸਮੈਂਟ, ਵਿਸਥਾਪਨ, ਹਨਾ, ਇਹੀ ਹੁੰਦਾ ਨਾ, ਉਹਨੂੰ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ, ਵਿਸਥਾਪਨ। ਹੁਣ ਡਿਸਟੈਂਸ ਤਾਂ ਆਪਾਂ ਗੱਲ ਕੀਤੀ ਸੀ ਕਿ A ਪੁਆਇੰਟ ਤੋਂ ਲੈ ਕੇ ਜਿੱਥੋਂ ਤੱਕ ਉਹ ਚੱਲੀ ਗਿਆ A ਤੋਂ B, B ਤੋਂ C, C ਤੋਂ D, D ਤੋਂ F, G, H, ਜਿੱਥੋਂ ਤੱਕ ਵੀ ਉਹ ਚਲੀ ਗਿਆ, ਤੇ ਉਹਦੇ ਜਿੱਥੇ ਉਹ ਖਤਮ ਹੁੰਦਾ ਉਹਨਾਂ ਦਾ ਸਾਰਿਆਂ ਦਾ ਕੀ ਕਰ ਦੇਣਾ, ਟੋਟਲ। ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਕਵਾਂਗੇ ਆਪਾਂ, ਇਹ ਆਪਣੇ ਕੋਲ ਕੀ ਹੈ, ਡਿਸਟੈਂਸ ਆ ਗਿਆ, ਟੋਟਲ ਡਿਸਟੈਂਸ ਆ ਗਿਆ। ਹੁਣ ਨੈਕਸਟ ਆਪਾਂ ਕੀ ਕਰਨਾ, ਡਿਸਪਲੇਸਮੈਂਟ। ਇਹਦੇ ਵਿੱਚ ਥੋੜਾ ਜਿਹਾ ਫਰਕ ਹੈ, ਬਸ ਤੁਹਾਨੂੰ ਮੈਂ ਜਮਾਂ ਸਿੰਪਲ ਭਾਸ਼ਾ ਦੇ ਵਿੱਚ ਦੱਸੂਗਾ। ਜਿਹੜੇ ਬੱਚੇ ਜਮਾਂ ਹੀ ਇਹਦੇ ਨਾਲ ਫਰੈਂਡਲੀ ਨਹੀਂ ਹੈਗੇ, ਜਿਨ੍ਹਾਂ ਨੇ ਲਾਸਟ ਲੈਕਚਰ ਲਾਏ ਆ, ਉਹਨਾਂ ਦਾ ਪਤਾ ਹੋਊਗਾ। ਹੁਣ ਦੇਖੋ, the word displacement implies that an object has moved or has been displaced। ਆਪਾਂ ਇਹਦੇ ਵਿੱਚ ਕੀ ਹੈ, ਜਾਣਾ ਹੀ ਨਹੀਂ ਇਹਨਾਂ ਚੀਜ਼ਾਂ 'ਚ। ਇਹ ਸਿਰਫ ਤਾਂ ਲਿਖੀ ਹੈ ਤਾਂ ਜੋ ਤੁਹਾਨੂੰ ਜੇ ਇਸੇ ਰਿਲੇਟਡ ਕੋਈ ਕੁਐਸਚਨ ਆ ਜਾਏ ਤਾਂ ਵਿੱਚ ਕੋਈ ਫਿਲ ਇਨ ਦੀ ਬਲੈਂਕਸ ਆ ਜਾਂਦੀ ਹੈ ਕਈ ਵਾਰੀ, ਐਂ ਬਣੀ ਬਣਾਈ, ਤੁਹਾਨੂੰ ਤੁਸੀਂ ਫਿਲ ਕਰ ਸਕੋ। ਹੁਣ ਆਪਣੇ ਕੋਲ ਕੀ ਹੈ, ਡਾਇਗਰਾਮ ਹੈ, ਉਹ ਕੀ ਹੈ, A, B, C ਤੇ D। ਕਲਰ ਚੇਂਜ ਕਰ ਲੈਣਾ ਮੈਂ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲੇ ਸੇਮ ਕੁਐਸਚਨ ਆ ਗਿਆ। ਰਾਮ ਕੀ ਹੈ ਆਪਣੇ ਕੋਲੇ, ਪਹਿਲਾਂ A ਤੋਂ B ਵੱਲ ਗਿਆ, ਆਈ ਥਿੰਕ ਚੇਂਜ ਕਰ ਲਈਏ ਇਹਨੂੰ, ਲਓ A ਤੋਂ B ਵੱਲ ਗਿਆ 5 ਸੈਂਟੀਮੀਟਰ। ਸਟਾਰਟ ਕਿੱਥੋਂ ਕੀਤਾ, ਇਨੀਸ਼ੀਅਲ ਪੁਆਇੰਟ ਕੀ ਹੈ ਆਪਣਾ A, ਸਟਾਰਟਿੰਗ ਪੁਆਇੰਟ, ਠੀਕ ਹੈ। A ਤੋਂ B ਵੱਲ ਗਿਆ, B ਤੋਂ C ਵੱਲ ਗਿਆ 8 ਸੈਂਟੀਮੀਟਰ, ਤੇ ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ, ਬਸ ਇੱਕ ਵਾਰੀ ਇੱਥੇ ਛੱਡ ਦਿਓ। ਹੁਣ ਆਪਾਂ ਕੀ ਦੱਸਣਾ ਹੈ, ਹੁਣ ਆਪਾਂ ਇਹ ਦੱਸਣਾ ਹੈ ਕਿ ਉਹਨੇ ਟੋਟਲ, ਜਾਂ ਉਹਨੇ ਸਿਰਫ ਇਹ ਦੱਸ ਪੁੱਛ ਲਓ ਕਿ ਡਿਸਪਲੇਸਮੈਂਟ ਕਿੰਨਾ ਹੋਇਆ।
ठीक है। ਹੁਣ ਉਹਨੇ ਇਹ ਪੁੱਛਣਾ ਹੈ ਕਿ ਡਿਸਪਲੇਸਮੈਂਟ ਕਿੰਨਾ ਹੋਇਆ। ਜੇ ਤਾਂ ਪੁੱਛ ਲੈਂਦੇ ਡਿਸਟੈਂਸ ਤਾਂ ਆਪਣਾ ਕੀ ਆ ਜਾਣਾ ਸੀ 13 ਸੈਂਟੀਮੀਟਰ। ਪਰ ਹੁਣ ਇੱਥੇ ਪੁੱਛਿਆ ਗਿਆ ਡਿਸਪਲੇਸਮੈਂਟ। ਤਾਂ ਡਿਸਪਲੇਸਮੈਂਟ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਡਿਸਪਲੇਸਮੈਂਟ ਦੇ ਵਿੱਚ ਆਪਣੇ ਕੋਲ ਹੁੰਦਾ ਹੈ ਕਿ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਜਿਹੜਾ ਕਿ A ਹੈ ਤੇ ਇੱਕ ਹੁੰਦਾ ਐਂਡ ਪੁਆਇੰਟ ਜਿਹੜਾ ਆਪਣੇ ਕੋਲ ਕੀ ਹੈ D ਹੈ। ਠੀਕ ਹੈ। ਹੁਣ ਆਪਾਂ ਇਹਨਾਂ ਦੇ ਵਿਚਕਾਰਲਾ ਜਿਹੜਾ ਸਭ ਤੋਂ ਛੋਟਾ ਰਸਤਾ ਹੈ ਉਹਨੂੰ ਚੱਕਾਂਗੇ ਤੇ ਉਹੀ ਸਭ ਤੋਂ ਛੋਟੇ ਰਸਤੇ ਦੀ ਜਿਹੜੀ ਲੰਬਾਈ ਹੋਊਗੀ, ਦੂਰੀ ਹੋਊਗੀ, ਉਹਨੂੰ ਆਪਾਂ ਕੀ ਕਵਾਂਗੇ ਡਿਸਪਲੇਸਮੈਂਟ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਹੁਣ ਇੱਥੇ ਮੰਨ ਕੇ ਚਲੋ A ਤੋਂ ਲੈ ਕੇ ਆ ਵੀ ਰਸਤਾ ਜਾਂਦਾ ਨਾ D ਤੱਕ, ਇਹ ਹੈਗਾ 6 ਸੈਂਟੀਮੀਟਰ। ਤਾਂ ਹੁਣ ਮੈਨੂੰ ਦੱਸੋ ਕਿ 6 ਸੈਂਟੀਮੀਟਰ ਆਨਸਰ ਆਊਗਾ ਕਿ 13 ਸੈਂਟੀਮੀਟਰ। ਤਾਂ ਜਦੋਂ ਡਿਸਪਲੇਸਮੈਂਟ ਪੁੱਛ ਲੈਣ ਉਦੋਂ ਆਪਣੇ ਕੋਲ ਰਾਈਟ ਆਨਸਰ ਕੀ ਆਊਗਾ 6 ਸੈਂਟੀਮੀਟਰ। ਇਹਨੂੰ ਜਮਾਂ ਹੀ ਜਿਹੜਾ ਸਿੰਪਲ ਕਹਿ ਲਓ ਭਾਸ਼ਾ ਦੇ ਵਿੱਚ ਜੇ ਇਹਨੂੰ ਐਕਸਪਲੇਨ ਕਰਨਾ ਹੋਵੇ ਤਾਂ ਇਹਨੂੰ ਆਪਾਂ ਸਿੱਧੀ ਸਿੱਧੀ ਭਾਸ਼ਾ 'ਚ ਕਹਿ ਦਾਂਗੇ ਸ਼ਾਰਟਕਟ। ਠੀਕ ਹੈ। ਇਹ ਕੀ ਹੁੰਦਾ ਸ਼ਾਰਟਕਟ। ਜਿਵੇਂ ਕਿ ਇਹ ਸਿੱਧੇ ਰਸਤੇ ਜਾਣ ਦੀ ਬਜਾਏ ਜਿਹੜਾ ਕਹਿ ਲਓ ਸਿੱਧੇ ਰਸਤੇ ਜਾਣ ਦੀ ਬਜਾਏ ਜਿਹੜਾ ਸਭ ਤੋਂ ਛੋਟਾ ਰਸਤਾ ਹੋਊਗਾ ਨਾ ਉਧਰ ਦੀ ਗਏ ਉਹ ਆਪਣੇ ਕੋਲ ਕੀ ਹੈ ਡਿਸਪਲੇਸਮੈਂਟ। ਹੁਣ ਕਲੀਅਰ ਹੋ ਗਿਆ। ਉਹ ਆਪਣੇ ਕੋਲ ਕੀ ਹੈ ਡਿਸਪਲੇਸਮੈਂਟ। ਇਹਦੀ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆਪਾਂ ਫਿਰ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ। ਆ ਲਓ ਹੁਣ ਮੰਨ ਕੇ ਚਲੋ ਉਹੀ ਹੈ ਆਪਣੇ ਕੋਲ ਟ੍ਰਾਇੰਗਲ ਵਾਲਾ। ਠੀਕ ਹੈ। ਲਓ ਹੁਣ ਆਪਣੇ ਕੋਲ A B ਤੇ C। A ਤੋਂ B ਵੱਲ 8 ਸੈਂਟੀਮੀਟਰ, B ਤੋਂ C ਵੱਲ ਕੀ ਹੈ 6 ਸੈਂਟੀਮੀਟਰ ਤੇ C ਤੋਂ A ਵੱਲ ਆਪਣੇ ਕੋਲ ਕੀ ਹੈ 10 ਸੈਂਟੀਮੀਟਰ। ਆ ਲਓ ਹੁਣ ਆਪਾਂ ਕੀ ਕਰਨਾ ਹੈ, ਹੁਣ ਆਪਾਂ ਇਹ ਦੱਸਣਾ ਹੈ ਕਿ A ਤੋਂ B ਤੇ ਜਾਣ ਤੇ, ਠੀਕ ਹੈ, ਤੇ B ਤੋਂ C ਤੇ ਜਾਣ ਤੇ ਆਪਣੇ ਕੋਲ ਡਿਸਪਲੇਸਮੈਂਟ ਕਿੰਨਾ ਹੋਇਆ। ਕਲੀਅਰ ਹੈ। ਹੁਣ ਆਪਾਂ ਸਿੱਧਾ ਸਿੱਧਾ ਇਹ ਦੱਸਣਾ ਹੈ ਕਿ A ਤੋਂ B ਤੇ B ਤੋਂ C ਤੇ ਜਾਣ ਤੇ ਆਪਣੇ ਕੋਲ ਡਿਸਪਲੇਸਮੈਂਟ ਕਿੰਨਾ ਹੋਇਆ। ਹੁਣ ਜੇ ਪੁੱਛ ਲੈਣ ਡਿਸਟੈਂਸ ਤਾਂ ਡਿਸਟੈਂਸ ਦਾ ਆਨਸਰ ਤੁਸੀਂ ਕੀ ਦੋਗੇ A ਤੋਂ C ਤੱਕ 8 ਤੇ 6 14 ਸੈਂਟੀਮੀਟਰ। ਠੀਕ ਹੈ। ਹੁਣ ਆਪਾਂ ਪੁੱਛਿਆ ਡਿਸਪਲੇਸਮੈਂਟ। A ਤੋਂ C ਇੱਧਰ ਟੇਢਾ ਮੇਢਾ ਹੋਣ ਦੀ ਲੋੜ ਹੀ ਨਹੀਂ, ਆਪਾਂ ਸਿੱਧਾ ਜਾਣਾ ਸ਼ਾਰਟਕਟ ਰਸਤਾ ਆ ਰਿਹਾ A ਤੋਂ ਲੈ ਕੇ ਸਿੱਧਾ C ਤੱਕ। ਉਹ ਕਿੰਨੇ ਸੈਂਟੀਮੀਟਰ ਦਾ 10 ਦਾ, ਤਾਂ ਆਪਣਾ ਰਾਈਟ ਆਪਸ਼ਨ ਕੀ ਆ ਗਿਆ 10 ਸੈਂਟੀਮੀਟਰ ਆ ਗਿਆ ਨਾ 10 ਸੈਂਟੀਮੀਟਰ। ਜੇ ਬੱਚਿਆਂ ਨੂੰ ਡਿਸਪਲੇਸਮੈਂਟ ਦਾ ਨਹੀਂ ਪਤਾ ਲੱਗਦਾ ਤਾਂ ਉਹਨਾਂ ਨੇ ਕੀ ਕਰਿਆ ਹੋਣਾ ਸੀ, ਜਾਂ ਤਾਂ 6 ਲਿਖਿਆ ਹੁੰਦੇ ਜਾਂ 8 ਲਿਖਿਆ ਹੁੰਦੇ, ਕਿਉਂਕਿ ਉਹਨਾਂ ਨੇ ਕਹਿਣਾ ਸੀ ਕਿ 10 ਸੈਂਟੀਮੀਟਰ ਦਾ ਵਿੱਚ ਵੇਰਵਾ ਹੀ ਨਹੀਂ ਪਾਇਆ। ਪਰ ਇਹ 10 ਸੈਂਟੀਮੀਟਰ ਆਪਣੇ ਕੋਲ ਕੀ ਹੈ ਸਿੱਧਾ ਸਿੱਧਾ ਡਿਸਪਲੇਸਮੈਂਟ ਹੈ, ਵਿਸਥਾਪਨ ਹੈ, ਇੱਕ ਸ਼ਾਰਟਕਟ ਪਾਥ ਹੈ ਜਿਹੜਾ ਆਪਣਾ ਸ਼ੁਰੂ ਵਾਲੇ ਪੁਆਇੰਟ ਤੋਂ ਤੇ ਐਂਡ ਵਾਲੇ ਪੁਆਇੰਟ ਤੋਂ ਆਪਾਂ ਕੀ ਕੀਤਾ ਕਵਰ ਕੀਤਾ। ਕਲੀਅਰ ਹੋ ਗਿਆ ਹੁਣ ਇਹਨਾਂ। ਹੁਣ ਚੱਲਦੇ ਹਾਂ ਅੱਗੇ। ਜਿਹੜੇ ਤੁਸੀਂ ਮੇਨ ਪੁਆਇੰਟ ਯਾਦ ਰੱਖਣੇ ਆ ਜਿਹੜੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨੂੰ ਲੈ ਕੇ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਦੇਖੋ ਜਿਹੜਾ ਡਿਸਟੈਂਸ ਹੈ, ਠੀਕ ਹੈ, ਦੂਰੀ ਹੈ ਜਿਹੜੀ, ਉਹ ਕੀ ਹੈ ਸਕੇਲਰ ਕੁਆਂਟੀਟੀ ਹੈ। ਹੁਣ ਸਕੇਲਰ ਕੁਆਂਟੀਟੀ ਕੀ ਹੁੰਦੀ ਹੈ, ਮੈਂ ਤੁਹਾਨੂੰ ਕਿਹਾ ਸੀ ਕਿ ਸਿੱਧਾ ਯਾਦ ਰੱਖ ਲਓ। ਇੰਗਲਿਸ਼ 'ਚ ਤਾਂ ਬੜਾ ਸੌਖਾ ਰੱਖਣਾ ਯਾਦ ਕਿ S ਲਿਖੀ ਹੈ ਅੱਗੇ। S ਦਾ ਮਤਲਬ ਸਿੰਗਲ, ਸਿੰਗਲ ਦਾ ਮਤਲਬ ਕੀ ਹੁੰਦਾ ਮੈਗਨੀਟਿਊਡ। ਠੀਕ ਹੈ। ਪਰਿਮਾਣ ਕੀ ਹੁੰਦਾ ਆਪਣੇ ਕੋਲੇ ਪਰਿਮਾਣ ਹੁੰਦਾ। ਹੁਣ ਇਹ ਪਰਿਮਾਣ ਕੀ ਹੁੰਦਾ ਕਿ ਡਿਸਟੈਂਸ ਦੇ ਵਿੱਚ ਆਪਣੇ ਕੋਲੇ ਇਹ ਨਹੀਂ ਦਿੱਤਾ ਹੋਣਾ ਕਿ ਤੁਹਾਡਾ ਐਂਡ ਪੁਆਇੰਟ ਕੀ ਹੈ। ਠੀਕ ਹੈ। ਡਾਇਰੈਕਸ਼ਨ ਨਹੀਂ ਦਿੱਤੀ ਹੋਣੀ, ਸਿਰਫ ਤੇ ਸਿਰਫ ਕੀ ਨੰਬਰ ਦਿੱਤੇ ਹੋਣਗੇ ਕਿ ਡਿਸਟੈਂਸ ਕਿੰਨਾ ਹੈ 5 ਕਿਲੋਮੀਟਰ ਹੈ, ਡਿਸਟੈਂਸ ਕਿੰਨਾ ਹੈ 15 ਕਿਲੋਮੀਟਰ ਹੈ। ਇਹ ਨਹੀਂ ਦੱਸਿਆ ਹੋਣਾ ਕਿ 15 ਕਿਲੋਮੀਟਰ ਕਿੱਥੋਂ ਤੱਕ ਦਾ। ਸਿੰਪਲ ਇਹ ਲਿਖਿਆ ਹੋਊਗਾ ਕਿ ਇਹ ਰੋਡ ਹੈਗਾ 15 ਕਿਲੋਮੀਟਰ, ਪਰ ਇਹ ਰੋਡ ਕਿੱਥੇ ਖਤਮ ਹੁੰਦਾ ਇਹ ਨਹੀਂ ਦੱਸਿਆ ਉਹਨਾਂ ਨੇ। ਤੇ ਡਿਸਪਲੇਸਮੈਂਟ ਕੀ ਹੈ ਵੈਕਟਰ ਕੁਆਂਟੀਟੀ। ਇਹ ਵੈਕਟਰ ਦਾ ਮਤਲਬ ਵੀ ਮੈਨੇ ਵਾਧੂ ਸਾਰੇ, ਵਾਧੂ ਸਾਰੇ ਮਤਲਬ ਮੈਗਨੀਟਿਊਡ ਪਲੱਸ ਡਾਇਰੈਕਸ਼ਨ। ਠੀਕ ਹੈ। ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਆਉਂਦੀਆਂ ਡਿਸਪਲੇਸਮੈਂਟ ਦੇ ਵਿੱਚ। ਮਤਲਬ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਸ਼ਾਰਟਕਟ ਰਸਤਾ ਹੁੰਦਾ। ਠੀਕ ਹੈ। ਸ਼ਾਰਟ ਰਸਤਾ ਦਾ ਮਤਲਬ A ਪੁਆਇੰਟ ਇਹਦਾ ਤੇ ਐਂਡ ਪੁਆਇੰਟ ਕੋਈ ਨਾ ਕੋਈ ਜ਼ਰੂਰ ਦਿੱਤਾ ਹੋ, ਭਲਾਂ D ਦਿੱਤਾ ਹੋਵੇ, ਭਲਾਂ ਦੀ B ਦਿੱਤਾ ਹੋਵੇ, ਭਲਾਂ ਦੀ C ਦਿੱਤਾ ਹੋਵੇ। ਮਤਲਬ ਇਹਦੀ ਕੀ ਹੈ ਡਾਇਰੈਕਸ਼ਨ ਵੀ ਦਿੱਤੀ ਹੋਊਗੀ। ਤਾਂ ਇਹ ਆਪਣੇ ਕੋਲ ਕੀ ਹੋਗੀ ਵੈਕਟਰ ਕੁਆਂਟੀਟੀ ਹੋਗੀ। ਹੁਣ ਜੇ ਤੁਹਾਨੂੰ ਛੋਟਾ ਜਿਹਾ ਫਾਰਮੂਲਾ ਪੁੱਛ ਲੈਣ ਸਿੰਪਲ ਕਿ ਜਿਹੜਾ ਡਿਸਪਲੇਸਮੈਂਟ ਦਾ ਫਾਰਮੂਲਾ ਕੀ ਹੈ, ਜੇ ਡਿਸਟੈਂਸ ਦਾ ਪੁੱਛ ਲੈਣ ਤਾਂ ਆਪਣੇ ਕੋਲ ਕੀ ਆ ਜਾਊਗਾ। ਲਓ ਮੈਂ ਤੁਹਾਨੂੰ ਡਾਇਗਰਾਮ ਤੇ ਸਮਝਾ ਦਿੰਦਾ। ਆ ਲਓ ਹੁਣ ਇਹਦਾ ਡਿਸਪਲੇਸਮੈਂਟ ਦਾ ਡਿਸਟੈਂਸ ਦਾ ਕੀ ਆਊਗਾ AB ਪਲੱਸ BC ਤੇ ਅੱਗੋਂ ਜੋ ਵੀ ਦਿੱਤਾ ਹੋਵੇ CD BC ਜੋ ਵੀ CB ਕੁਝ ਵੀ ਦਿੱਤਾ ਹੋਇਆ ਨਾ ਉਹਨੂੰ ਸਾਰਿਆਂ ਨੂੰ ਪਲੱਸ ਕਰ ਦੇਣਾ। ਹੁਣ ਜੇ ਪੁੱਛਿਆ ਜਾਵੇ ਡਿਸਪਲੇਸਮੈਂਟ ਦਾ ਕੀ ਆਊਗਾ ਆਪਣੇ ਕੋਲੇ ਫਾਈਨਲ ਪੁਆਇੰਟ ਮਾਈਨਸ ਇਨੀਸ਼ੀਅਲ ਪੁਆਇੰਟ। ਠੀਕ ਹੈ। ਕਿ ਫਾਈਨਲ ਕਿੱਥੋਂ ਤੱਕ ਪਹੁੰਚਿਆ ਉਹ ਤੇ ਉਹਦੇ ਚੋਂ ਮਾਈਨਸ ਕਰ ਦੇਣਾ ਇਨੀਸ਼ੀਅਲ ਪੁਆਇੰਟ, ਉਹ ਆਪਣੇ ਕੋਲ ਕੀ ਆ ਜਾਊਗਾ ਆਨਸਰ ਆ ਜਾਊਗਾ। ਇਹ ਸਾਰੀਆਂ ਚੀਜ਼ਾਂ ਜੇ ਹੁਣ ਆ ਜਾਓ ਆਹ ਵਾਲਾ ਆ ਗਿਆ ਆਪਣੇ ਕੋਲੇ। ਠੀਕ ਹੈ। ਇਹ ਪਾਈਥਾਗੋਰਸ ਲੱਗ ਜੂਗੀ।
ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਆਪਾਂ ਹਾਰਡ ਲੈਵਲ ਤੇ ਗਏ ਨਾ ਉਦੋਂ ਕਰਾਂਗੇ। ਬਸ ਇੰਨਾ ਕੁ ਯਾਦ ਰੱਖ ਲਓ ਕਿ ਫਾਈਨਲ ਮਾਈਨਸ ਇਨੀਸ਼ੀਅਲ ਪੁਆਇੰਟ ਆਪਣੇ ਕੋਲ ਕੀ ਆ ਗਿਆ, ਡਿਸਪਲੇਸਮੈਂਟ ਦਾ ਫਾਰਮੂਲਾ ਆ ਗਿਆ। ਹੁਣ ਅਗਲਾ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਲਾਈਨਾਂ ਹੈਗੀਆਂ ਡਿਸਟੈਂਸ ਤੇ ਡਿਸਪਲੇਸਮੈਂਟ ਨੂੰ ਲੈ ਕੇ, ਸ਼ਾਇਦ ਤੁਹਾਨੂੰ ਬੁੱਕ ਦੇ ਵਿੱਚ ਵੀ ਦੇਖਣ ਨੂੰ ਨਾ ਮਿਲਣ ਇਹ। ਤਾਂ ਡਿਸਟੈਂਸ ਕੀ ਆ ਆਪਣੇ ਕੋਲੇ, ਡਿਸਟੈਂਸ ਹੁੰਦਾ ਪਾਥ ਤੇ ਡਿਪੈਂਡ ਹੁੰਦਾ। ਹੁਣ ਇਹਦੀ ਐਗਜ਼ਾਮਪਲ ਦਊਂਗਾ, ਧਿਆਨ ਨਾਲ ਸੁਣ ਲਿਓ ਥੋੜਾ ਜਿਹਾ, ਪਰ ਇਦੋਂ ਪਹਿਲਾਂ ਤੁਸੀਂ ਆਹ ਦੇਖ ਲਓ ਨਿੱਕੀਆਂ ਚੀਜ਼ਾਂ ਕਿ ਡਿਸਟੈਂਸ ਨੂੰ ਕਿਵੇਂ ਡਿਨੋਟ ਕੀਤਾ ਜਾਂਦਾ, ਡੀ ਨਾਲ, ਠੀਕ ਹੈ, ਤੇ ਡਿਸਪਲੇਸਮੈਂਟ ਨੂੰ ਐਸ ਨਾਲ। ਪਰ ਐਸ ਦੇ ਉੱਪਰ ਕੀ ਲੱਗੀ ਹੋਊਗੀ, ਵੈਕਟਰ ਵਾਲਾ ਸਾਈਨ ਲੱਗਿਆ ਹੋਊਗਾ ਕਿ ਵੈਕਟਰ ਕੁਆਂਟੀਟੀ ਹੈ। ਮੈਂ ਕੱਲ ਵੀ ਦੱਸਿਆ ਸੀ ਕਿ ਜਿਹੜੀ ਚੀਜ਼ ਦੇ ਉੱਤੇ ਐਰੋ ਲੱਗਿਆ ਆ ਗਿਆ ਮਤਲਬ ਉਹ ਕੀ ਹੈ ਆਪਣੇ ਕੋਲੇ, ਵੈਕਟਰ ਕੁਆਂਟੀਟੀ ਹੈ। ਕਲੀਅਰ ਹੋ ਗਿਆ ਨਾ ਕਿ ਜੇ ਡਿਸਟੈਂਸ ਨੂੰ ਸ਼ੋ ਕਰਨ ਵਾਲਾ ਡੀ ਨਾਲ, ਡਿਸਪਲੇਸਮੈਂਟ ਨੂੰ ਐਸ ਨਾਲ, ਪਰ ਐਸ ਦੇ ਉੱਪਰ ਵੈਕਟਰ ਵਾਲਾ ਸਾਈਨ ਜਾਂ ਐਰੋ ਵਾਲਾ ਸਾਈਨ ਲੱਗਿਆ ਹੋਊਗਾ। ਹੁਣ ਆ ਜਾਓ ਆਪਣਾ ਜਿਹੜਾ ਸਭ ਤੋਂ ਮੇਨ ਤੇ ਲਾਸਟ ਪੁਆਇੰਟ ਆਪਣਾ ਕਿ ਪਾਥ ਡਿਪੈਂਡੈਂਟ ਤੇ ਪਾਥ ਇਨਡਿਪੈਂਡੈਂਟ ਹੁੰਦਾ ਜਿਹੜਾ ਡਿਸਪਲੇਸਮੈਂਟ ਹੁੰਦਾ। ਹੁਣ ਇਹਨੂੰ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ। ਲਓ ਨੈਕਸਟ ਸਲਾਈਡ ਤੇ ਚੱਲਦੇ ਆਪਾਂ। ਹੁਣ ਆ ਗਿਆ, ਪਹਿਲਾਂ ਕਰਾਂਗੇ ਗੱਲ ਡਿਸਟੈਂਸ ਦੀ। ਇਹਦੇ ਵਿੱਚੋਂ ਜ਼ਰੂਰ ਕੁਐਸਚਨ ਬਣ ਕੇ ਆਊਗਾ ਜੇ ਡਿਸਟੈਂਸ ਡਿਸਪਲੇਸਮੈਂਟ ਚੋਂ ਆਇਆ ਪਾਥ ਵਾਲਾ, ਕਿਉਂਕਿ ਇਹ 9th ਦਾ ਜਿਹੜਾ ਤੁਹਾਡਾ ਮੇਨ ਫੋਕਸ ਕਰਦੇ ਆ ਨਾ ਤੁਸੀਂ, ਪਰ ਇਹ ਹੈ ਤਾਂ ਮੋਸ਼ਨ ਟੌਪਿਕ ਨਾ, ਮੋਸ਼ਨ ਟੌਪਿਕ ਦਾ ਇੱਕ ਹਿੱਸਾ ਹੈ ਮੇਨ ਡਿਸਟੈਂਸ ਤੇ ਡਿਸਪਲੇਸਮੈਂਟ। ਇਹ +1 ਦੀ ਬੁੱਕ ਦੇ ਵਿੱਚ ਵੀ ਆਈ ਥਿੰਕ ਕੰਸੀਡਰ ਕੀਤੇ ਹੋਏ ਆ, ਠੀਕ ਹੈ, ਪਾਥ ਵਾਲੇ। ਤਾਂ ਮੈਂ ਤੁਹਾਨੂੰ ਕਰਾ ਦੇ ਕਿ ਛੋਟੀ ਚੀਜ਼ ਜ਼ਰੂਰ ਯਾਦ ਰੱਖਿਓ, ਪਾਥ ਡਿਪੈਂਡੈਂਟ, ਠੀਕ ਹੈ। ਪਾਥ ਡਿਪੈਂਡੈਂਟ ਦਾ ਮਤਲਬ ਕੀ ਹੈ, ਰਸਤੇ ਤੇ ਨਿਰਭਰ ਕਰਦਾ ਜਿਹੜੀ ਦੂਰੀ ਹੈ। ਪੰਜਾਬੀ 'ਚ ਵੀ ਸੁਣ ਲਓ ਕਿ ਦੂਰੀ ਜਿਹੜੀ ਰਸਤੇ ਤੇ ਪੂਰੀ ਨਿਰਭਰ ਕਰਦੀ ਹੈ, ਠੀਕ ਹੈ। ਕਿਵੇਂ? ਹੁਣ ਬਹੁਤ ਸਾਰੇ ਬੱਚੇ ਸੋਚੀ ਹੋਣਗੇ ਸਰ ਕਿਵੇਂ। ਹੁਣ ਇੱਥੇ ਚੱਲਦੇ ਆਪਾਂ A ਤੇ B ਪੁਆਇੰਟ। ਹੁਣ A ਤੇ B ਪੁਆਇੰਟ ਦੀ ਕਿੰਨੀ ਦੂਰੀ ਹੈ, 5 ਸੈਂਟੀਮੀਟਰ। ਇੰਨਾ ਪਤਾ ਲੱਗ ਗਿਆ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ A ਤੋਂ ਲੈ ਕੇ B ਤੱਕ ਦਾ ਡਿਸਟੈਂਸ ਕਿੰਨਾ ਹੈ, 5 ਸੈਂਟੀਮੀਟਰ। ਹੁਣ ਆਪਾਂ ਇਹੀ A ਤੇ ਇਧਰੋਂ ਆਪਾਂ ਕੀ ਹੈ, A ਤੋਂ ਲੈ ਕੇ B ਤੱਕ ਇਸ ਰਸਤੇ ਤੋਂ ਜਾਈਏ ਜਾਂ ਇਸ ਰਸਤੇ ਤੋਂ ਜਾਵਾਂਗੇ, ਠੀਕ ਹੈ, ਤਾਂ ਇਹਦੀ ਦੂਰੀ ਕਿੰਨੀ ਹੈ, 8 ਸੈਂਟੀਮੀਟਰ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ A ਤੋਂ B ਤੱਕ ਦੀ ਦੂਰੀ ਕਿੰਨੀ ਹੈ, ਤੁਸੀਂ ਕਹੋਗੇ 8 ਸੈਂਟੀਮੀਟਰ। ਹੁਣ ਇੱਕ ਹੋਰ ਪਾਥ, ਇਹ ਪਾਥ ਰਸਤਾ ਆਪਣੇ ਕੋਲੇ, ਠੀਕ ਹੈ। ਹੁਣ ਇਹ ਰਸਤਾ ਬਦਲ ਕੇ ਆਪਣੇ ਕੋਲ ਕੀ ਹੋ ਗਿਆ, ਇਹ ਹੋ ਗਿਆ 12 ਸੈਂਟੀਮੀਟਰ ਦਾ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ A ਤੋਂ B ਤੱਕ ਦੀ ਦੂਰੀ ਕਿੰਨੀ ਹੈ, ਉਹ ਆਊਗਾ 12 ਸੈਂਟੀਮੀਟਰ। ਹੁਣ ਇਹਨਾਂ ਮਤਲਬ ਕੀ ਹੋਈ ਜਾਂਦਾ ਹੈ ਕਿ ਜੇ ਪਾਥ ਬਦਲੀ ਜਾਂਦਾ, ਠੀਕ ਹੈ, ਤਾਂ ਡਿਸਟੈਂਸ ਵੀ ਬਦਲੀ ਜਾਂਦਾ। ਮਤਲਬ ਇਹ ਕੀ ਕਰੀ ਜਾਂਦਾ, ਰਸਤੇ ਤੇ ਨਿਰਭਰ ਕਰੀ ਜਾਂਦਾ, ਪਾਥ ਤੇ ਨਿਰਭਰ ਕਰੀ ਜਾਂਦਾ। ਡਿਸਟੈਂਸ ਹੈ ਜਿਹੜਾ, ਦੂਰੀ ਹੈ ਜਿਹੜੀ ਪਾਥ ਤੇ ਨਿਰਭਰ ਕਰੀ ਜਾਂਦੀ ਹੈ। ਇੱਥੋਂ ਆਪਣੇ ਕੋਲ ਕੀ ਹੁੰਦਾ, ਪ੍ਰੂਫ ਹੁੰਦਾ ਹੈ, ਠੀਕ ਹੈ। ਇੰਨਾ ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ ਕਿ ਪਾਥ ਤੇ ਡਿਪੈਂਡ ਕਰਦੀ ਹੈ ਜਿਹੜੀ ਡਿਸਟੈਂਸ ਹੈ। ਹੁਣ ਜਿਹੜਾ ਦੂਸਰਾ ਆਪਣੇ ਕੋਲੇ ਡਿਸਪਲੇਸਮੈਂਟ, ਵਿਸਥਾਪਨ ਹੈ ਜਿਹੜਾ ਆਪਣੇ ਕੋਲੇ ਡਿਸਪਲੇਸਮੈਂਟ, ਠੀਕ ਹੈ। ਡਿਸਪਲੇਸਮੈਂਟ ਕੀ ਹੈ, ਪਾਥ ਇੰਡੀਪੈਂਡੈਂਟ ਹੁੰਦਾ ਜਾਂ ਸਿੱਧਾ ਇਹਨੂੰ ਕਹਿ ਲਓ ਕਿ ਪਾਥ ਤੇ ਨਿਰਭਰ ਨਹੀਂ ਕਰਦਾ ਹੈ। ਹੁਣ ਕਿਵੇਂ ਨਹੀਂ ਕਰਦਾ, ਇੱਥੋਂ ਹੀ ਇਹੀ ਐਗਜ਼ਾਮਪਲ ਚੱਕ ਲੈਂਦੇ ਆਪਾਂ। ਲਓ ਇਹਨੂੰ ਰੇਜ਼ ਕਰ ਦੇਣਾ ਮੈਂ ਉੱਪਰ ਵਾਲੇ ਨੂੰ। ਇਹੀ ਸੇਮ ਟੂ ਸੇਮ ਐਗਜ਼ਾਮਪਲ ਚੱਕ ਕੇ ਤੁਹਾਨੂੰ ਮੈਂ ਸਮਝਾ ਦੇਣਾ ਕਿ ਇਹ ਰਸਤੇ ਤੇ ਨਿਰਭਰ ਨਹੀਂ ਕਰਦਾ। ਡਿਸਪਲੇਸਮੈਂਟ ਕੀ ਹੈ, ਹੋਏਗਾ ਸ਼ਾਰਟਕਟ। ਹੁਣ ਇੱਥੇ ਮੈਂ ਹੋਰ ਪਾਥ ਬਣਾਤੇ, ਆ ਲਓ, ਇਹ ਬਣ ਗਿਆ 8 ਸੈਂਟੀਮੀਟਰ ਦਾ, ਇਹ ਬਣ ਗਿਆ 15 ਸੈਂਟੀਮੀਟਰ ਦਾ। ਹੁਣ ਪਾਥ ਹੋ ਗਏ ਜ਼ਿਆਦਾ ਨਹੀਂ ਤਾਂ 5, ਠੀਕ ਹੈ, 5 ਪਾਥ ਹੋ ਗਏ। ਪਰ ਆਪਾਂ ਪਤਾ ਕੀ ਕਰਨਾ, ਡਿਸਪਲੇਸਮੈਂਟ। ਤੇ ਮੈਂ ਤੁਹਾਨੂੰ ਡਿਸਪਲੇਸਮੈਂਟ 'ਚ ਕੀ ਦੱਸਿਆ ਕਿ ਇਹ ਪਾਥ ਤੋਂ ਇੰਡੀਪੈਂਡੈਂਟ ਹੁੰਦਾ, ਵੀ ਇਹ ਆਜ਼ਾਦ ਹੁੰਦਾ, ਇਹਨੂੰ ਪਾਥ ਨਾਲ ਕੋਈ ਲੈਣ ਦੇਣ ਨਹੀਂ। ਭਲਾਂ ਦੀ 500 ਰਸਤੇ ਹੋਣ, ਇਹਨੇ ਕਿੱਧਰ ਜਾਣਾ, ਇਹਨੇ ਸ਼ਾਰਟਕਟ ਵਾਲੇ ਪਾਸੇ ਜਾਣਾ। ਜੇ ਹੁਣ ਤੁਹਾਨੂੰ ਪੁੱਛਿਆ ਜਾਵੇ ਕਿ A ਤੋਂ B ਤੱਕ ਦੀ ਡਿਸਪਲੇਸਮੈਂਟ ਕਿੰਨੀ ਹੈ, ਵਿਸਥਾਪਨ ਕਿੰਨਾ, ਤੁਸੀਂ ਸਿੱਧਾ ਆਨਸਰ ਕੀ ਦੋਗੇ, 5 ਸੈਂਟੀਮੀਟਰ। ਜਿਹੜਾ ਆਪਣੇ ਕੋਲੇ ਸ਼ਾਰਟਕਟ ਰਸਤਾ, ਛੋਟਾ ਰਸਤਾ, ਸਿੱਧਾ ਜਾਂਦਾ ਪਿਆ। ਹੁਣ ਇੱਥੋਂ ਉਹਨੇ ਪਾਥ ਵੱਲ ਧਿਆਨ ਦਿੱਤਾ, ਨਹੀਂ ਦਿੱਤਾ, ਤਾਂ ਇੱਥੋਂ ਕੀ ਪ੍ਰੂਫ ਹੁੰਦਾ ਆਪਣੇ ਕੋਲੇ ਕਿ ਜਿਹੜਾ ਡਿਸਪਲੇਸਮੈਂਟ ਹੈ ਉਹ ਪਾਥ ਤੋਂ ਇੰਡੀਪੈਂਡੈਂਟ ਹੁੰਦਾ ਹੈ, ਤੇ ਜਿਹੜਾ ਡਿਸਟੈਂਸ ਹੈ ਉਹ ਪਾਥ ਤੇ ਨਿਰਭਰ ਕਰਦਾ ਹੈ, ਪੂਰਾ ਡਿਪੈਂਡੈਂਟ ਹੁੰਦਾ। ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ। ਜੇ ਕਿਸੇ ਵੀ ਬੱਚੇ ਨੂੰ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਵਿੱਚ ਕੋਈ ਡਾਊਟ ਹੋਵੇ ਤਾਂ ਬਾਅਦ ਦੇ ਵਿੱਚ ਜਦੋਂ ਇਹ ਲੈਕਚਰ ਖਤਮ ਹੋ ਗਿਆ ਕਮੈਂਟ ਕਰਕੇ ਪੁੱਛ ਸਕਦੇ ਹੋ। ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਿਓ। ਐਂ ਹੀ ਸ਼ਾਰਟ ਮੈਥਡ ਤੁਹਾਨੂੰ ਲਿਆ ਕੇ ਜਾਂ ਸ਼ਾਰਟ ਜਿਹੜੇ ਟੌਪਿਕ ਹੈ ਕਰਾ ਕੇ ਚੰਗੀ ਤਰ੍ਹਾਂ ਇਹਨੂੰ ਪੂਰਾ ਤੁਹਾਡਾ ਜਿਹੜਾ ਕਹਿ ਲਓ ਪਹਿਲਾਂ ਦਾ ਚੈਪਟਰ ਆਪਾਂ ਪੂਰਾ ਕਵਰ ਕਰ ਲਾਂਗੇ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਆਪਣਾ ਕੀਮਤੀ ਸਮੇਂ ਦੇਣ ਲਈ।